अच्छा उस्ताद जी जी कंट्रोवर्सी चल रही है सोशल मीडिया उत्ते लाली बरादरां ते लाहौरियां दे दरमियान ਇਹਦੇ ਬਾਰੇ ਕੀ ਬੋਲੋਗੇ ਤੁਸੀਂ? ਜਿਹੜੀ ਰਿਸ਼ਤੇ ਲੱਭਣ ਵਾਲੀ ਮਾਈ ਹੁੰਦੀ ਹੈ ਨਾ ਉਹ ਇਸ ਤਰ੍ਹਾਂ ਕਰਦੀ ਹੈ, ਇਹਦਾ ਬਾਪ ਕੌਣ, ਇਹਦੀ ਮਾਂ ਕੌਣ, ਇਹਦਾ ਦਾਦਾ ਕੌਣ। ਉਹ ਤੂੰ ਦਾਦੇ ਮਾਮੇ ਨੂੰ ਛੱਡ, ਤੂੰ ਰਿਸ਼ਤਾ ਦੇਣਾ ਉਹਨਾਂ ਦੋਵਾਂ ਭਰਾਵਾਂ ਦਾ ਵਿਆਹ ਹੋਏ ਆ, ਸਾਨੂੰ ਦੁਬਾਰਾ ਦੋਵਾਂ ਮੁੰਡਿਆਂ ਦਾ ਵਿਆਹ ਕੋ ਨਹੀਂ ਕਰਨਾ ਜੀ। ਮੇਰੇ ਸਾਹਮਣੇ ਕਲਿੱਪ ਗੁਜ਼ਰਿਆ ਸੀ ਇੱਕ ਲਾਹੌਰ ਦੇ ਉਸਤਾਦ ਹਨ, ਹੁਣ ਮੈਂ ਨਾਮ ਲੈਣਾ ਚਾਹੁੰਦਾ। ਉਹ ਕਹਿ ਰਹੇ ਹਨ, ਨਾਲ ਵੀਡੀਓ ਦਿਖਾ ਰਹੇ ਹਨ ਕਬੂਤਰਾਂ ਦੀ ਤੇ ਕਹਿ ਰਹੇ ਹਨ ਕਿ ਇਹਦੇ 'ਚ ਪੱਟੀ ਵਾਲਾ ਕਰਾਸ ਹੈ। ਇਹਦੇ ਬਾਰੇ ਤੁਸੀਂ ਕੀ ਬੋਲੋਗੇ? ਕਿਹਨਾਂ ਦੇ ਪੱਟੀ ਵਾਲੇ ਨੇ? ਪਿਪਲਾਂ ਵਾਲੇ ਦੇ ਜੀ। इख्तलाफात मुखालफत एक साइड ते ਤੁਹਾਨੂੰ ਮਲਕ ਮੁੰਜ਼ਰ ਮੇਦੀ ਦੀ ਪਰਫਾਰਮੈਂਸ कैसी लगी? जी क्या ਤੁਹਾਨੂੰ ਆਈਡੀਆ ਸੀ ਕਿ ਇतना ਟਫ ਟਾਈਮ ਮਿਲੇਗਾ? ਕਿਸ ਦਾ? ਮਲਕ ਮੁੰਜ਼ਰ ਮੇਦੀ ਵੱਲੋਂ। ਉਸਤਾਦ ਜੀ ਇੱਕ ਸਵਾਲ ਸਾਡੇ ਕੋਲ ਆਇਆ ਸੀ, ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ, ਉਹਦੇ 'ਚ मलिक यासर साहब ने फरमा रहे ने असद चदर का इंटरव्यू करें और उनसे पूछें कि 2027 जेठ में मुकाबला होगा नमान भट्ट के साथ या अंजम वाली छत से होगा? जी ਉਹਨਾਂ ਮੇਲਾ ਲਾਣਾ ਹੈ, ਅਸੀਂ ਮੇਲੇ ਦੀ ਗੋਠ ਦੇ ਵਿੱਚ ਚੁੱਭੀ ਜ਼ਰੂਰ ਰੱਖਾਂਗੇ ਭਾਵੇਂ ਸਾਡਾ ਮੂੰਹ ਸੜ ਗਿਆ। ਤੁਹਾਡਾ ਕਲਿੱਪ ਇਹਦੇ ਰਿਲੇਟਡ ਨਾ ਬਹੁਤ ਵਾਇਰਲ ਹੋਇਆ ਪਿਆ ਸੀ ਕਿ ਸ਼ਾਗਿਰਦਾਂ ਨੇ ਖਰਾਬ ਕੀਤਾ ਹੈ 20-25 ਲੱਖ ਰੁਪਏ ਦੇ ਕੇ। ਮੈਂ ਅੱਜ ਵੀ ਆਨਾ ਐਸੇ ਐਸੇ ਉਸਤਾਦ ਨੇ ਬੱਚੇ ਘੱਲਦੇ ਨੇ, 100 ਬੱਚਾ ਘੱਲਿਆ, ਫੋਨ ਕਰ ਛੜਿਆ, ਅਕਾਊਂਟ ਨੰਬਰ ਸੈਂਡ ਕਰਕੇ। ਉਹ ਕੀ ਤੁਸੀਂ ਉਹ ਚੌਕੀਦਾਰ ਗਾਰਡ ਵਗੈਰਾ, ਉਹਨੂੰ ਵੀ ਇੰਨਾ ਤਜਰਬਾ ਹੋ ਗਿਆ ਹੋਇਆ ਹੈ ਕਿ ਉਹ ਤੁਹਾਡੀ ਜੇਬ ਵਿੱਚ ਵੇਖ ਲੈਂਦਾ ਥੱਲੀ ਭਾਰੀ ਹੈ ਕਿ ਉਤਲੀ ਭਾਰੀ ਹੈ, ਉਸ ਹਿਸਾਬ ਦੇ ਖੁੱਡੇ 'ਚ ਉਸਤਾਦ ਹੀ ਲੈ ਕੇ ਜਾਣ, ਉਹ ਥੱਲੂ ਫੋਨ ਕਰਕੇ ਦੱਸ ਛੱਡ। ਸਾਡੇ ਕੋਲ ਤੇ ਭਾਈ ਖਰੀਆਂ ਜੇ ਗੱਲ ਸਿੱਧੀ ਹੈ, ਨਾ ਕਿਸੇ ਦੀ ਡਹਿਲ ਹੈ ਨਾ ਪਰੇਸ਼ਾਨੀ ਹੈ, ਆਪਣੇ ਘਰੋਂ ਅੱਲਾ ਦਾ ਸ਼ੁਕਰ ਹੈ। ਹੁਣ ਹਰੀਫ ਦੀ ਗੱਲ ਹੋਈ ਹੈ ਜੀ, ਤੁਹਾਡਾ ਪਸੰਦੀਦਾ ਹਰੀਫ ਕਿਹੜਾ ਹੈ ਜਿਹਦੇ ਨਾਲ ਮੁਕਾਬਲਾ ਕਰਕੇ ਨਾ ਮਜ਼ਾ ਆਉਂਦਾ ਹੋਵੇ? ਮੌਸਮ ਅੱਜਕੱਲ ਐਸਾ ਹੈ, ਅੱਖਾਂ ਖਰਾਬ ਹੋ ਰਹੀਆਂ ਨੇ ਕਬੂਤਰਾਂ ਦੀਆਂ ਤੇ ਤਾਸ਼ਾ ਲੱਗ ਰਿਹਾ ਵੇ, ਇਹਦੇ ਬਾਰੇ ਕੋਈ ਟਿਪ ਦੇਣਾ ਚਾਹੋ? ਰਹਾਇਸ਼ ਦੇ ਕਰ ਕਬੂਤਰ ਨੂੰ ਉਡਾਉਣਾ ਕੈਸਾ ਹੈ, ਖਾਸ ਕਰ ਗਰਮੀ ਦੇ ਵਿੱਚ, ਜੇਠ ਦੇ ਵਿੱਚ? ਕੋਈ ਸ਼ਾਰਟ ਜੀ ਟਿਪ ਦੱਸੋ ਕਿ ਅੱਛੇ ਕਬੂਤਰ ਦੀ ਪਛਾਣ ਦੇ ਬਾਰੇ, ਜੇ ਕਬੂਤਰ ਉਹਦੇ ਪਰਾਂ ਦੇ ਰਿਲੇਟਡ, ਪੰਜਾਂ ਦੇ, ਅੱਖਾਂ ਦੇ। ਗਰਮੀ ਦੇ ਵਿੱਚ ਕਬੂਤਰ ਆ ਕੇ ਬਹਿੰਦਾ ਹੈ ਜੀ ਤੇ ਅਕਸਰ ਹੀ ਖਰਾਬ ਹੋ ਜਾਂਦਾ, ਉਹਨੂੰ ਸਾਂਭ ਦਾ ਕੋਈ ਤਰੀਕਾ ਦੱਸ ਦਿਓ। ਤੇ ਕਬੂਤਰ ਪਰਵਰਿਸ਼ 'ਚ ਤੁਹਾਡਾ ਆਈਡੀਅਲ ਬੰਦਾ ਕਿਹੜਾ है? उस्ताद जी कबूतर तो किहड़े पसंद ने, पिपला वाले या टैडी कबूतर? अस्सलाम वालेकुम दोस्तों, मैं हूं आपका दोस्त, आपका होस्ट आकिब, गल्फ पिजन न्यूज़ सियालकोट की तरफ से। आज हम ऐसी शख्सियत के पास हाजिर हुए हैं जो किसी तारफ़ के मोहताज नहीं। बात की जाए कबूतर परवरी की और इनका जिक्र ना हो या नामुमकिन है। चैम्पियन के चैम्पियन, फ़ख्रे हाफिज़ाबाद, उस्ताद असद चदर साहब। आइए इनसे पूछते हैं इनके शौक़ के बारे में, शौक़ की इब्तिदा कहाँ से की है इन्होंने, और जो कंट्रोवर्सी चल रही है आजकल सोशल मीडिया पे लाली बरादरान और लाहौर की जो बाजियाँ मनसूख हैं इसके बारे में। अस्सलाम वालेकुम उस्ताद मोहतरम। जी वालेकुम अस्सलाम जी। उस्ताद जी की हाल चाल हैं थोड़े? मैं ठीक हाँ जी, अल्लाह का शुक्र है। मेरी तरफों भी जी जिन्हें थोड़े दोस्त देख रहे हैं, भाई साडे मुहब्बत करने वाले, उन्होंने भी अस्सलाम वालेकुम। उम्मीद करने सारे दोस्त ठीक होंगे, साडे शौकीन भरा अल्लाह पाक सब नूं सलामत रखे जी। उस्ताद जी शौक कैसा जा रहा है थोड़ा? शौक अलहमदुलिल्लाह ठीक है जी। असद की तैयारी कैसी है? ਤਿਆਰੀ ਮਾਸ਼ਾਅੱਲਾ ਜ਼ਬਰਦਸਤ ਹੈ, ਪਰ ਪਟਾਈ ਕੀਤੀ ਹੋਈ ਹੈ ਕਬੂਤਰਾਂ ਦੀ। ਅੱਜ 20 ਦਿਨ ਦੇ ਹੋ ਗਏ ਨੇ ਸਾਡੇ ਕਬੂਤਰ, ਪਰ ਸ਼ਰ ਤੁਸੀਂ ਦੇਖੇ ਨੇ, ਤੇ ਇਨਸ਼ਾਅੱਲਾ ਹਫਤੇ ਤੋਂ ਬਾਅਦ ਤਿਆਰੀ ਸਟਾਰਟ। ਇਹਨਾਂ ਨੂੰ ਰਾਤ ਦੀ ਟ੍ਰੇਨਿੰਗ ਵਗੈਰਾ ਜਾਂ ਜੋ ਵੀ ਮਾਮਲਾਤ ਨੇ, ਉਹ ਸਾਡਾ ਥੋੜਾ ਜਿਹਾ ਕੰਮ ਥੱਲੇ ਪੈਂਡਿੰਗ ਸੀ, ਉਹ ਤੁਸੀਂ ਵੇਖੀ ਹੈ ਮਿਸਤਰੀ ਵਗੈਰਾ ਲੱਗੇ ਹੋਏ ਐਸੇ ਹੀ, ਤੇ ਇਨਸ਼ਾਅੱਲਾ ਲਾਈਟਿੰਗ ਦਾ ਕੰਮ ਕੋ ਥੋੜਾ ਜਿਹਾ ਖਰਾਬ ਹੋਏ ਨੇ, ਰੰਗ ਰੁੰਗ ਦਾ। ਇਹ ਹਫਤੇ ਦੇ ਵਿੱਚ ਕੰਪਲੀਟ ਕਰਕੇ ਕਬੂਤਰਬਾਜ਼ੀ ਹੋਣੀ ਹੈ ਇਨਸ਼ਾਅੱਲਾ। ਉਸਤਾਦ ਜੀ ਸੀਜ਼ਨ ਜਿਹੜਾ ਇਹ ਗੁਜ਼ਰਿਆ ਹੈ ਚੇਤਰ ਵਿਸਾਖ ਜੀ, ਇਹਦੀ ਕੀ ਸੂਰਤ ਹਾਲ ਰਹੀ ਹੈ? ਚੇਤਰ ਵਿਸਾਖ ਅਲਹਮਦੁਲਿल्ला ਅਸੀਂ 1-to-1 ਮੁਕਾਬਲੇ ਵੀ ਜਿਹੜੇ ਸਨ ਚੇਤਰ 'ਚ ਵੀ ਉਹ 90% ਅਸੀਂ ਵਿਨ ਕਰ ਗਏ ਸਾਂ ਮਾਸ਼ਾਅੱਲਾ। ਤੇ ਜਿਹੜਾ ਅਸੀਂ ਟੂਰਨਾਮੈਂਟ ਸਨ ਓਵਰਆਲ ਸਾਰੇ ਪੰਜਾਬ ਵਿੱਚੋਂ ਟਾਪ 10 'ਚ ਰਿਹਾ ਸੀ, ਕਿਉਂਕਿ ਇਸ਼ੂ ਇਹ ਬਣਿਆ ਸੀ ਕਿ ਸਾਨੂੰ ਵਾਇਰਸ ਸੀ ਬੱਚਿਆਂ ਨੂੰ, ਉਹਦੇ ਬਾਵਜੂਦ ਅੱਲਾਹ ਪਾਕ ਦੀ ਕਰਮ ਨਵਾਜ਼ੀ ਨਾਲ ਬਹੁਤ ਅੱਛਾ ਰਿਜ਼ਲਟ ਮਿਲਿਆ ਸੀ, ਬੱਚੇ ਅੱਛੇ ਉੜ ਗਏ, ਮੌਸਮਾਂ ਦੀ ਵੀ ਵਜ੍ਹਾ ਬਣੀ। ਤੇ ਵਿਸਾਖ ਦੇ ਵਿੱਚ 98% ਜਿਹੜੀ ਹੈ ਨਾ ਉਹ ਅਸੀਂ ਬਾਜ਼ੀਆਂ ਵਿਨ ਕੀਤੀਆਂ ਨੇ, 2 ਬਾਜ਼ੀਆਂ ਲੂਜ਼ ਹੋਏ ਆ, ਔਰ ਕੱਪਾਂ ਦੇ ਵਿੱਚ ਵੀ ਟਾਪ 5 ਟਾਪ 10 ਦੇ ਵਿੱਚ ਰਹੇ ਆ। ਇੱਕ ਮਿਸ ਐਪ ਹੋਇਆ ਸੀ, ਛਠੀ ਪ੍ਰਵਾਜ਼ ਸਾਡੇ 5 ਕਬੂਤਰ ਨਹੀਂ ਸੀ ਬੈਠੇ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ, ਉਹਦੀ ਵਜ੍ਹਾ ਤੋਂ ਥੋੜੀ ਜਿਹੀ ਪੋਜੀਸ਼ਨ ਥੱਲੇ ਚਲੀ ਗਈ ਸੀ, ਲੇਕਿਨ ਅਸੀਂ ਅਲਹਮਦੁਲਿल्लाह ਟੋਟਲ ਕੱਪਾਂ ਜੋ ਇਨਾਮ ਵਿੱਚ ਆਏ ਸਾਂ। ਉਸਤਾਦ ਜੀ ਕਿੰਨੇ ਘਰਾਂ ਨਾਲ ਬਾਜ਼ੀ ਸੀ ਜਿਹੜੀ ਆਮਣੇ ਸਾਹਮਣੇ? ਬਾਜ਼ੀ ਸਾਡੀ ਜਿਹੜੀ ਸੀ ਨਾ ਤਕਰੀਬਨ 88 ਘਰਾਂ ਨਾਲ ਬਾਜ਼ੀ ਸੀ, ਤੇ 86 ਕੋਲ 85 ਕੋਲ ਅਸੀਂ ਵਿਨ ਕੀਤੀ ਸੀ ਮਾਸ਼ਾਅੱਲਾ। ਉਸਤਾਦ ਜੀ ਲਾਲੀ ਬਰਾਦਰਾਂ ਦਾ ਸ਼ਾਗਿਰਦ ਹੋਣਾ ਫੈਸਲਾ ਤੁਹਾਡਾ कैसा ਰਿਹਾ? ਬਹੁਤ ਅੱਛਾ ਰਿਹਾ। ਉਹਦੇ ਵਿੱਚ ਲਾਲੀ ਬਰਾਦਰਾਂ ਦੇ ਜਦੋਂ ਅਸੀਂ ਸ਼ਾਗਿਰਦ ਹੋਏ ਸਾਂ ਨਾ ਜੀ, ਮੁਤਾਜੀ ਸੀ ਸਾਨੂੰ ਬਹੁਤ ਜ਼ਿਆਦਾ। ਤਕਰੀਬਨ ਇੱਕ ਪਹਿਲਾਂ ਮੈਂ ਸ਼ੁਰੂ ਤੋਂ ਤੁਹਾਨੂੰ ਦੱਸਣਾ ਵਾ, ਸ਼ਾਗਿਰਦ ਸਾਂ ਉਸਤਾਦ ਬਾਈ ਇਦਰੀਸ ਸਾਹਿਬ ਦਾ। ਜੀ ਜੀ।
ਲਲਿਆਣੀ ਵਾਲੇ ਗਰੁੱਪ ਤੋਂ ਮੀਆਂ ਰਊਫ ਸਾਹਿਬ ਦਾ, ਠੀਕ ਹੈ ਜੀ। ਉਧਰੋਂ ਫਿਰ ਸਾਡੀ ਮਿਸ ਅੰਡਰਸਟੈਂਡਿੰਗ ਹੋਈ ਤੇ ਨਾ ਟਾਈਮ ਲੱਗਿਆ, ਅੱਗੇ ਸੀ ਸ਼ਗਿਰਦ ਬਹਿ ਗਿਆ ਮਾਲਕ ਗੁਰੂ ਸਾਹਿਬ ਦੇ, ਉਹਨਾਂ ਨਾਲ ਕੋਈ ਅਸੀਂ ਸਾਲ ਕੋਈ ਚੱਲੇ ਆ, ਸਾਡਾ ਨਹੀਂ ਸੀ ਟਾਈਮ ਗੁਜ਼ਰਦਾ ਪਿਆ। ਜੋ ਸਾਡੀ ਡਿਮਾਂਡ ਸੀ, ਮੇਰੇ ਆਪਣੇ ਖੁਦ 40-50 ਸ਼ਗਿਰਦ ਸਨ ਤੇ ਉਹ ਮਸਲਨ ਨਾ ਵੀ ਉਹ ਇਸ ਹਿਸਾਬ ਦਾ ਹੀ ਸੀ ਵੀ ਮੈਂ ਆਪਣੇ ਘਰ ਜੋਗਾ ਮੈਨੂੰ ਕੁਝ ਨਹੀਂ ਸੀ ਮਿਲਦਾ ਤੇ ਮੈਂ ਸ਼ਗਿਰਦਾਂ ਨੂੰ ਕੀ ਦੇਣਾ। ਤੇ ਕੋਸ਼ਿਸ਼ ਇਹੀ ਸੀ ਕਿ ਕੋਈ ਬਿਹਤਰੀ ਦੀ ਤਰਫ ਜਿਹੜਾ ਨਾ ਜਾਈਏ, ਤੇ ਉਹ ਜ਼ਿਹਨ ਵਿੱਚ ਵੀ ਸੀ ਕਿ ਜਿਹੜਾ ਬੰਦਾ ਅਸੀਂ ਜਿੱਤ ਨਹੀਂ ਨਾ ਸਕੇ, ਅਸੀਂ ਉਹਨੂੰ ਹੀ ਆਪਣਾ ਜਿਹੜਾ ਨਾ ਇੱਕ ਵਾਰੀ ਬੈਠਣਾ, ਜਿੱਥੇ ਬੈਠਣਾ ਸਾਰੀ ਉਮਰ ਉੱਥੇ ਕੱਢ ਛੱਡਣੀ ਹੈ, ਇੱਕ ਦਫਾ ਹੀ ਬੈਠੀਏ। ਲਿਹਾਜ਼ਾ ਮੈਂ ਫਿਰ ਸਾਰੇ ਪਾਕਿਸਤਾਨ ਨਾਲ 2019 ਦਾ ਸ਼ੌਕ ਸਟਾਰਟ ਕੀਤਾ ਹੈ। 2019 ਤੋਂ ਲੱਗ ਕੇ ਅਲਹਮਦੁਲਿਲਾ ਕੋਈ ਐਸਾ ਪਾਕਿਸਤਾਨ ਦਾ, ਜ਼ਿਲ੍ਹੇ ਦਾ, ਪੰਜਾਬ ਦਾ ਬੰਦਾ ਨਹੀਂ ਹੈ ਜਿਹਦੇ ਕੋਲ ਮੈਂ ਬਾਜ਼ੀ ਵਿਨ ਨਹੀਂ ਕੀਤੀ ਹੈ, ਜਿਹਨੂੰ ਨਹੀਂ ਜਿੱਤਿਆ, ਸਵਾਏ ਲਾਲੀ ਤੋਂ। ਲਾਲੀ ਕੋਲੋਂ ਇੱਕ ਕਬੂਤਰੀ ਸਾਡੀ ਮੁਕਾਬਲਾ ਜਿੱਤੀ ਸੀ ਕੈਦੀ ਕੋਲੋਂ, 1 ਡੇ ਦਾ ਸੀ। ਉਸ ਤੋਂ ਇਲਾਵਾ ਅਸੀਂ 3 ਬਾਜ਼ੀਆਂ ਖੇਲਿਆ, ਤਰਾਵੇ ਹਰੇ ਹਾਂ। ਔਰ ਮੈਂ ਮੁਤਾਸਰ ਹੋ ਕੇ ਉਹਦੀ ਕਬੂਤਰਬਾਜ਼ੀ ਤੋਂ ਉਹਦੇ ਵੱਲ ਗਿਆ ਸਾਂ। ਔਰ ਅਲਹਮਦੁਲਿਲਾ ਇਸ ਟਾਈਮ ਅੱਲਾ ਦਾ ਸ਼ੁਕਰ ਹੈ, ਜਿਸ ਦਿਨ ਦੇ ਸ਼ਗਿਰਦ ਬੈਠੇ ਆ ਤੁਹਾਡੇ ਸਾਹਮਣੇ ਰਿਜ਼ਲਟ ਅਸਵਈ ਦਾ ਲਾ ਲਓ, ਅੱਗੋਂ ਤੁਸੀਂ ਚੇਤਰ ਦਾ ਲਾ ਲਵੋ, ਪਿਛਲੇ ਚੇਤਰ ਦਾ ਲਾ ਲਵੋ, ਵਿਸਾਖ ਇੱਕ ਸਾਡਾ ਵਿੱਚ ਮੱਠਾ ਗਿਆ ਸੀ। ਕਿਸੇ ਵਕਤ ਬਾਅਦ ਕਾਦ ਬੰਦੇ ਦੇ ਲੱਕ ਨਹੀਂ ਕੰਮ ਕਰਦੀ ਪਿੰਦੀ, ਨਾ ਕਬੂਤਰ ਮਾੜੇ ਸਨ, ਨਾ ਉਸਤਾਦ ਨੂੰ ਕਮੀ ਸੀ। ਇੱਕ ਉਸ ਵਿਸਾਖ ਤੋਂ ਇਲਾਵਾ ਅਲਹਮਦੁਲਿਲਾ ਅਸੀਂ ਜਿੱਤੇ ਹੀ ਹਾਂ। ਇਸ ਦਫਾ ਵੀ ਚੇਤਰ ਵੇਖ ਲਓ, ਵਿਸਾਖ ਵੇਖ ਲਓ, ਤੇ ਹੁਣ ਵੀ ਅਲਹਮਦੁਲਿਲਾ ਵੇਖੋ ਹਾਰ ਜਿੱਤ ਬਣੀ ਹੋਈ ਹੈ, ਲੇਕਿਨ ਇਨਸ਼ਾਅੱਲਾ ਅੱਛਾ ਸ਼ੌਕ ਹੋਏਗਾ ਅਸਵਈ ਦਾ। ਉਸਤਾਦ ਜੀ, ਅਸਜਦ ਚੱਦਰ ਤੋਂ ਜੀ ਚੈਂਪੀਅਨ ਪੰਜਾਬ ਉਸਤਾਦ ਅਸਜਦ ਚੱਦਰ ਦਾ ਸਫ਼ਰ ਕਿਹਦਾ ਰਿਹਾ ਤੁਹਾਡਾ? ਮੈਨੂੰ ਨਾ ਜੀ ਭੁੱਖ ਇੱਕ ਹੁੰਦੀ ਸੀ ਚੈਂਪੀਅਨ ਪੰਜਾਬ ਦੀ ਵੀ, ਜਾਂ ਕੋਈ ਵੀ ਕ੍ਰਿਕਟ ਖੇਲਦਾ ਰਿਹਾ, ਜਿਹੜਾ ਵੀ ਕੰਮ ਕੀਤਾ ਨਾ ਉਹ ਦਿਲੋਂ ਕੀਤਾ, ਢਿੱਡੋਂ ਕੀਤਾ। ਇਹ ਜਨੂਨ ਹੀ ਇੰਨਾ, ਕੋਈ ਸ਼ੌਕ ਨਾ ਜ਼ਿੰਦਗੀ ਆਪਣੀ। ਮੈਂ ਲੋਕ ਸਮਝਦੇ ਨੇ ਕਿ ਖਰੇ ਟਾਈਮ ਜ਼ਾਇਆ ਕਰਦੇ ਨੇ, ਮੇਰਾ ਇਹਦੇ ਵਿੱਚ ਨਾ 24 ਘੰਟੇ ਗੁਜ਼ਰਦੇ ਨੇ, 24 ਘੰਟੇ ਕਬੂਤਰਬਾਜ਼ੀ ਵਿੱਚ ਹੀ ਨੇ। ਤੇ ਉਹ ਫਿਰ ਨਾ ਜੀ ਬੜੀ ਮਿਹਨਤ ਇਹਦੇ ਪਿੱਛੇ, ਬਹੁਤ ਜ਼ਿਆਦਾ ਦੋਸਤਾਂ ਦੀ ਮਿਹਨਤ ਹੈ, ਭਾਈ ਨੇ ਸਾਰੇ ਨਾਲ, ਚਾਂਦ ਦੇ ਆ ਸਮੇਂ। ਉਸ ਤੋਂ ਬਾਅਦ ਜਿਹੜਾ ਅਸੀਂ 2000 ਤਕਰੀਬਨ 23 ਦਾ 3 ਰੋਜ਼ਾ 4 ਰੋਜ਼ਾ ਔਰ ਜਿੰਨੇ 1 ਡੇ ਸਨ ਚੈਂਪੀਅਨਸ਼ਿਪ ਸਾਨੂੰ ਮਿਲੀ ਸੀ ਪੰਜਾਬ ਦੀ। ਉਸ ਤੋਂ ਇਲਾਵਾ ਕਾਫੀ ਕੱਪਾਂ ਦੇ ਵਿੱਚੋਂ ਕਈ ਦਫਾ 1 ਡਿਆਂ 'ਚ ਵੀ ਅਸੀਂ ਚੈਂਪੀਅਨ ਲੱਗ ਚੁੱਕੇ ਹਾਂ। ਸੁਪਰ ਪ੍ਰਵਾਜ਼ਾਂ ਵੀ ਪਕੜੀਆਂ ਹੋਈਆਂ ਨੇ, ਕਬੂਤਰ ਵੀ ਸਾਡੇ ਪੰਜਾਬ ਚੈਂਪੀਅਨ ਬੈਠੇ ਹੋਏ ਨੇ। ਸਾਰਾ ਇੱਕ ਇਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੈ। ਮਿਹਨਤ ਵੀ ਇੱਕ ਪੂਰਾ ਜਿਹੜਾ ਨਾ ਇੱਕ ਪ੍ਰੋਪਰ ਚੈਨਲ ਥਰੂ ਹੋਈ ਹੈ ਕਿ ਕਬੂਤਰ ਵੀ ਜਿਹੜੇ ਨਾ ਵਸਾਇਲ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਇਆ, ਸਾਰਾ ਕੁਝ ਕਰਦੇ ਹੋਇਆ ਇੱਕ ਹੂੜ ਮਤੀ ਨਾਲ ਸ਼ੌਕ ਕੀਤਾ। ਅੱਛਾ ਕੁਛ ਨਹੀਂ ਹੁੰਦਾ ਅੱਲਾ ਵਾਰਸ ਹੈ, ਅੱਛਾ ਕੁਛ ਨਹੀਂ ਹੁੰਦਾ ਅੱਲਾ ਵਾਰਸ ਹੈ, ਬੜਾ ਰਹੇ ਵੀ ਹਾਂ, ਲੇਕਿਨ ਅੱਲਾ ਪਾਕ ਦਾ ਸ਼ੁਕਰ ਹੈ, ਅੱਲਾ ਦੀ ਜ਼ਾਤ ਨੇ ਬੜੀ ਕਰਮ ਨਵਾਜ਼ੀ ਕੀਤੀ ਹੈ। ਅਸੀਂ ਆਪਣੇ ਸ਼ੌਕ ਤੇ ਮੁਤਮਿਨ ਆ, ਆਪਣੇ ਆਪ ਤੇ ਮੁਤਮਿਨ ਆ। ਦੇਖੋ ਜੋ ਕੁਛ ਪਿੱਛੇ ਗੁਜ਼ਰ ਗਿਆ ਨਾ 5-6 ਸਾਲ ਦੇ ਵਿੱਚ, ਉਹਦੇ ਵਿੱਚ ਜ਼ਿਲ੍ਹਾ, ਸਿਟੀ, ਪੰਜਾਬ, ਓਵਰਆਲ ਬਾਜ਼ੀਆਂ ਜਿੰਨੇ ਸਾਜ਼ਾ ਕਰਾਮ ਨਾਲ ਲੱਗੀਆਂ ਨੇ, ਮੇਰੇ ਬੜੇ ਅੱਛੇ ਰੀਫ ਨੇ, ਉਹਨਾਂ ਨਾਲ ਹਾਰੇ ਵੀ ਆ, ਜਿੱਤੇ ਵੀ ਆ। ਜਿੰਦੇ ਨਾਲ ਨਹੀਂ ਨਾ ਜਿੱਤੇ ਉਹਨੂੰ ਉਨੀ ਦੇਰ ਤੱਕ ਛੱਡਿਆ ਨਹੀਂ ਜਿੰਨੀ ਦੇਰ ਤੱਕ ਉਹਨੂੰ ਜਿੱਤਿਆ ਨਹੀਂ। ਕੋਈ ਬੰਦਾ ਐਸਾ ਨਹੀਂ ਜਿਹਨੂੰ ਨਹੀਂ ਜਿੱਤਿਆ। ਜਿੰਦੇ ਨਾਲ ਉਹ ਫਰਜ਼ ਕਰੋ ਅਸੀਂ ਅਜੇ ਤੱਕ ਉਹਦੇ ਕੋਲ ਨਹੀਂ ਨਾ ਜਿੱਤੇ ਹੋਏ, 1-2 ਘਰ ਹੈ ਨੇ। ਸਾਡਾ ਉਹਨਾਂ ਨਾਲ ਸਾਰੀ ਜ਼ਿੰਦਗੀ ਉਡਣਾ ਹੈ, ਬਸ ਉਦੋਂ ਹੀ ਕਰਨੀ ਹੈ ਜਦੋਂ ਜਿੱਤਣਾ ਹੈ। ਕੀ ਬਾਤ। ਉਸਤਾਦ ਜੀ, ਸ਼ੌਕ ਦੀ ਇਬਤਦਾ ਕਿਹੜੀ ਸੰਨ 'ਚ ਕੀਤੀ ਸੀ? छोटे सां वाला साहब को बड़ी मार पई है इस बारे। अल्हम्दुलिल्लाह मेरी तलीम भी है जड़ी ना MA पोल साइंस तलीम है मेरी माशाअल्लाह। जाब 1-2 छड्डी हुई है, बाहर छड्ड के आए शौक की वजह तो बड़ियां कुर्बानियां दित्तियां होईयां ने। बचपन तो ही ना चाचू ने रखे हुंदे सन ते छोटा जिहा हुंदा हा, रेड़ के खुड्डे नूं चला जांदा हा ते बचपन तो ही कबूतरां दा शौक है। लेकिन प्रॉपर जिहड़ी कबूतरबाजी है ना, जिहड़ी समझो कि ਪਹਿਲੀ ਬਾਜ਼ੀ ਜਿਹੜੀ ਬਾਬ ਦੀ ਡਾਂਟ ਡਪਟ ਤੋਂ ਬਾਅਦ ਜਿਹੜੀ ਖੁੱਲ ਕੇ ਕਰਨ ਦੀ, ਉਹ 2021 ਤੋਂ ਸਟਾਰਟ ਕੀਤੀ। ਪਹਿਲੀ ਬਾਜ਼ੀ ਤੁਹਾਡੀ ਕਿਦੋਂ ਲੱਗੀ ਸੀ? ਪਹਿਲੀ ਬਾਜ਼ੀ ਜਾਂ ਟੂਰਨਾਮੈਂਟ ਵਗੈਰਾ? ਮੈਂ ਜਿਹੜੀ ਛੱਤ ਆਪਣੀ ਜ਼ਾਤੀ ਬਣਾਈ ਹੈ ਨਾ ਜੀ, ਇਹ ਅਸਾਂ 2021 ਦੇ ਇਸ ਵਜੇ ਬਣਾਈ ਹੈ। ਇਸ ਵਜੇ ਦੇ ਵਿੱਚ ਪੂਰੇ 5 ਸਾਲ ਹੋ ਗਏ ਨੇ। ਇਸ 5 ਸਾਲ ਦੇ ਵਿੱਚ ਮੈਂ ਕੋਈ ਵੀ ਟੂਰਨਾਮੈਂਟ ਨਹੀਂ ਛੱਡਿਆ, ਕੋਈ ਘਰ ਨਹੀਂ ਜਿਹਦੇ ਨਾਲ ਬਾਜ਼ੀ ਨਹੀਂ ਖੇਲੀ। ਉਸਤਾਦ ਜੀ, ਅਸੂ ਆ ਰਿਹਾ ਹੁਣ ਜੀ, ਲੋਕਾਂ ਪਰ ਬੁਟਾਈ ਕਰ ਰਹੀ ਹੈ, ਜਿਹੜੇ ਨਏ ਸ਼ੌਕੀਨ ਹਜ਼ਰਾਤ ਨੇ ਕੋਈ ਟਿਪ ਦੇਣਾ ਚਾਹੋਗੇ? ਬਿਲਕੁਲ ਜੀ, ਸ਼ੌਕੀਨ ਨਵੇਂ ਜਿਹੜੇ ਨੇ ਨਾ ਜੀ, ਉਹਨਾਂ ਨੂੰ ਟਿਪ ਇਹ ਹੀ ਹੈ ਕਿ ਭਾਈ ਮਿਹਨਤ ਕਰੋ। ਮਿਹਨਤ ਤੁਸੀਂ ਖੁਦ ਕਰਨੀ ਹੈ, ਆਪਣੇ ਆਪ ਤੇ ਯਕੀਨ ਰੱਖੋ, ਆਪਣੇ ਆਪ ਤੇ ਬਲੀਵ ਰੱਖੋ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਜਿੱਥੇ ਮਰਜ਼ੀ ਜਾ ਕੇ ਸ਼ਗਿਰਦ ਹੋ ਜਾਓ,
ਜਿੱਥੇ ਮਰਜ਼ੀ ਜੋ ਮਰਜ਼ੀ ਪੈਸਾ ਖਰਚ ਕਰ ਲਓ, ਮਿਹਨਤ ਤੁਸੀਂ ਖੁਦ ਕਰਨੀ ਹੈ। ਮਾਹੌਲ ਅੱਛਾ ਬਣਾਓ, ਅੱਛੇ ਕਬੂਤਰ ਬਣਾਓ ਔਰ ਟਾਈਮ ਦਿਓ, ਮੁਹਾਵਤਾਂ ਦੇ ਸਿਰ ਤੇ ਨਾ ਛੱਡੋ। ਮੇਰੇ ਹਾਫਜ਼ਾਬਾਦ ਦਾ ਮੈਂ ਅੱਗੇ ਵੀ ਗੱਲ ਕਰਨਾ ਹੁੰਨਾ, ਡਿਫਰੈਂਟ ਪੂਰੇ ਪੰਜਾਬ ਤੋਂ ਅਲੱਗਾ। ਪਤਾ ਕਿਉਂ? ਇਹਨਾਂ ਦਾ ਰਿਜ਼ਲਟ ਸ਼ਾਇਦ ਤੁਸੀਂ ਦੇਖਦੇ ਹੋ ਜੀ ਜੀ, ਟਾਪ 10 ਦੇ ਵਿੱਚ 8 ਏ ਹੁੰਦੇ ਨੇ, 9 ਏ ਹੁੰਦੇ ਨੇ, ਇੱਕ ਅੱਧਾ ਬਾਹਰ ਦਾ ਹੁੰਦਾ। ਇਹ ਖੁਦ ਮਿਹਨਤ ਕਰਦੇ ਨੇ ਸਾਰੇ, ਖੁੱਡਿਆਂ ਦੇ ਵਿੱਚ 24 ਘੰਟੇ ਖੁਦ ਹੁੰਦੇ ਨੇ। ਇਹ ਜਿਹੜੇ ਕੱਪੜੇ ਚਿੱਟੇ ਵੇਖਦੇ ਪਿਓ ਨਾ, ਮੈਂ ਇੱਕ ਜਗ੍ਹਾ ਤੇ ਜਾਣਾ ਹੈ, ਇੱਕ ਇਕੱਠ ਹੈ, ਮੈਂ ਪਾਏ ਹੋਏ ਨੇ, ਵਰਨਾ ਆਮ ਜਿਹਾ ਟਰੋਜ਼ਰ ਸ਼ਰਟ ਪਾ ਕੇ ਸਾਰਾ ਦਿਨ ਇਹਨਾਂ ਦੇ ਖੁੱਡਿਆਂ ਦੇ ਵਿੱਚ ਹੀ ਰਹਿਣਾ ਹੁੰਦਾ। ਹਾਂ ਬਾਤ। ਔਰ ਜਿਹੜੇ ਨਏ ਸ਼ੌਕੀਨ ਨੇ ਨਾ, ਉਹਨਾਂ ਨੂੰ ਇਹੀ ਅਰਜ਼ ਹੈ ਕਿ ਸਭ ਤੋਂ ਪਹਿਲਾਂ ਨਾ ਰਸਾਈ ਆਪਣੀ ਵੇਖੋ, ਤੁਹਾਡੀ ਰਸਾਈ ਕਿੱਥੇ ਤੱਕ ਹੈ। ਖਾਸ ਤੌਰ ਤੇ ਜਿਹੜਾ ਹੁਣ ਅੱਜ ਕੱਲ੍ਹ ਕੰਮ ਚੱਲਿਆ ਹੋਇਆ ਹੈ ਉਸਤਾਦੀ ਸ਼ਗਿਰਦੀ ਦਾ, ਬੰਦੇ ਵੇਖੋ ਦੇਖੀ ਨਾ ਬਾਹਰੋਂ ਪੈਸਾ ਕਮਾ ਕੇ ਤੇ ਆ ਕੇ ਹੋਈ ਜਾਂਦੇ ਨੇ ਸ਼ਗਿਰਦ, ਅੰਨੇਵਾਹ ਹਾਰ ਪਾਈ ਜਾਂਦੇ ਨੇ। ਤੁਸੀਂ ਪਹਿਲੇ ਨੰਬਰ ਤੇ ਆਪਣੇ ਉਸਤਾਦ ਨਾਲ ਜਿੰਦੇ ਤੁਸੀਂ ਸ਼ਗਿਰਦ ਬਹਿ ਰਹੇ ਹੋ, ਚਾਹੇ ਉਹ ਮੈਂ ਆ ਚਾਹੇ ਕੋਈ ਵੀ ਆ। ਮੈਂ ਆ ਨਾ, ਹੁਣ ਮੇਰਾ ਉਸਤਾਦ ਮਿੱਠੂ ਲਾਲੀ, ਮੈਨੂੰ ਅੱਲਾ ਦੇ ਘਰ 'ਚ ਉਮੀਦ ਹੈ ਮੈਂ ਆਪਣੇ ਉਸਤਾਦ ਨੂੰ ਹੁਣ ਫੋਨ ਕਰਾਂ ਨਾ, ਮੇਰੇ ਉਸਤਾਦ ਮੇਰਾ ਫੋਨ ਚੁੱਕ ਲੈਣਾ। ਠੀਕ ਹੈ, ਮੇਰੀ ਜਿਹੜੀ ਪਰੇਸ਼ਾਨੀ ਹੈ ਮੈਂ ਆਪਣੇ ਉਸਤਾਦ ਨਾਲ ਡਿਸਕਸ ਕਰਨੀ ਹੈ, ਮੇਰੇ ਉਸਤਾਦ ਨੇ ਮੇਰੇ ਨਾਲ ਫੌਰੀ ਸ਼ੇਅਰ ਕਰਨੀ ਹੈ, ਸਾਂ ਉਸੇ ਵਕਤ ਆਪਣਾ ਹੱਲ ਕਰ ਲੈਣਾ। ਹੁਣ ਇੱਕ ਬੰਦਾ ਹੈ, ਉਹਦਾ ਉਸਤਾਦ ਤੱਕ ਰਸਾਈ ਨਹੀਂ ਹੈ, ਉਹ ਵੇਖੋ ਦੇਖੀ ਮੈਨੂੰ ਹੀ ਆ ਕੇ ਮੇਰਾ ਸ਼ਗਿਰਦ ਬਹਿ ਜਾਏ, ਹਾਰ ਪਾਏ, ਇਹ ਪਾਏ। ਸਾਨੂੰ ਵੀ ਚਾਹੀਦਾ ਉਸਤਾਦਾਂ ਨੂੰ ਵੀ, ਜੇ ਅਗਰ ਅਸੀਂ ਹਾਰ ਡਲਵਾ ਰਹੇ ਹਾਂ ਨਾ, ਅਸੀਂ ਹਾਰ ਡਲਵਾ ਰਹੇ ਹਾਂ ਤਾਂ ਸਾਨੂੰ ਫਿਰ ਚਾਹੀਦਾ ਹੈ ਕਿ ਹਾਰ ਉਹਦੇ ਕੋਲ ਡਲਵਾਈਏ ਜੇ ਅਗਰ ਉਹਨੂੰ ਟਾਈਮ ਦੇ ਸਕਨੇ ਹਾਂ। ਜੇ ਅਗਰ ਅਸੀਂ ਉਹਨੂੰ ਟਾਈਮ ਨਹੀਂ ਨਾ ਦੇ ਸਕਦੇ, ਉਹਦੀ ਕਾਲ ਨਹੀਂ ਅਟੈਂਡ ਕਰ ਸਕਦੇ, ਉਹਨੂੰ ਤੁਸੀਂ ਦੱਸ ਨਹੀਂ ਸਕਦੇ, ਉਹਨੂੰ ਪ੍ਰੋਪਰ ਗਾਈਡ ਨਹੀਂ ਕਰ ਸਕਦੇ, ਫਿਰ ਤੁਹਾਨੂੰ ਹੱਕ ਨਹੀਂ ਬਣਦਾ ਉਹਨੂੰ ਸ਼ਗਿਰਦ ਕਰਨ ਦਾ ਜਾਂ ਮਿਸ ਗਾਈਡ ਕਰਨ ਦਾ। ਐਸਾ ਹੀ। ਔਰ ਸਾਨੂੰ ਸ਼ਗਿਰਦਾਂ ਨੂੰ ਵੀ, ਬੰਦਿਆਂ ਨੂੰ ਚਾਹੀਦਾ ਜਿਹੜੇ ਟੀਨਏਜਰ ਨੇ, ਨਵੇਂ ਲੋਕ ਆ ਰਹੇ ਨੇ, ਤੁਸੀਂ ਸਭ ਤੋਂ ਪਹਿਲਾਂ ਵੇਖੋ ਤੁਹਾਡੀ ਉਸਤਾਦ ਆਪਣੇ ਤੱਕ ਰਸਾਈ ਹੈ ਕਿ ਤੁਸੀਂ ਉਹਦੇ ਨਾਲ ਫੇਸ ਟੂ ਫੇਸ ਇੱਕ ਦੂਜੇ ਨਾਲ ਮੁਲਾਕਾਤ ਤੁਹਾਡੀ ਹੈ, ਤੁਸੀਂ ਖੁੱਲੇ ਡੁੱਲੇ, ਜਿੱਥੇ ਤੁਸੀਂ ਝਿਜਕਣਾ ਹੈ ਉਸ ਉਸਤਾਦ ਕੋਲ ਤੁਸੀਂ ਸਿੱਖਣਾ ਕੀ ਹੈ, ਕੀ ਤੁਸੀਂ ਉੱਥੋਂ ਕਰ ਸਕਦੇ। ਸਹੀ ਗੱਲ ਕੀਤੀ। ਜਾਂ ਜਿਸ ਉਸਤਾਦ ਨੇ ਤੁਹਾਡਾ ਫੋਨ ਹੀ ਨਹੀਂ ਚੁੱਕਣਾ, ਬਸ ਤੁਸੀਂ ਕੌਣ, ਤੁਹਾਨੂੰ ਉਹ ਜਾਣਦੇ ਹੀ ਨਹੀਂ ਹੈ, ਉਸ ਜ਼ਾਹਿਰ ਹੈ ਤੁਹਾਡਾ ਫੋਨ ਕੋਈ ਨਹੀਂ ਚੁੱਕਣਾ। ਇੱਕ ਵਾਰ ਸ਼ਗਿਰਦ ਪੈ ਕੇ ਤੁਸੀਂ ਸ਼ਗਿਰਦ ਪੈ ਕੇ ਆ ਗਏ, ਉਹ ਬਾਅਦ ਤੁਸੀਂ ਰੋਂਦੇ ਫਿਰਦੇ ਹੋ ਜੀ ਉਸਤਾਦ ਹੋਰੀ ਫੋਨ ਨਹੀਂ ਚੁੱਕਦੇ, ਉਸਤਾਦ ਹੋਰੀ ਇੰਜ ਨਹੀਂ ਕਰਦੇ। ਮੇਰਾ ਭਾਈ ਤੁਸੀਂ ਪਹਿਲਾਂ ਕੋਈ ਸਾਲ ਇੱਕ ਵੇਖ ਲਵੋ ਨਾ, ਉਹਨਾਂ ਦੇ ਨਾਲ ਚੱਲੋ, ਉਹਨਾਂ ਦੇ ਨਾਲ ਚੱਲ ਕੇ ਆਪਣਾ ਵੇਖੋ, ਜੇ ਤੁਹਾਡੀ ਉਹ ਪ੍ਰੋਪਰ ਕਬੂਤਰਬਾਜ਼ੀ ਕਰਵਾ ਸਕਦੇ ਨੇ, ਤੁਹਾਨੂੰ ਟਾਈਮ ਦੇ ਸਕਦੇ ਨੇ, ਤੇ ਫਿਰ ਬਵੋ ਨਾ ਕਿ ਤੁਸੀਂ ਆਪਣਾ ਟਾਈਮ ਜ਼ਾਇਆ ਕਰਦੇ ਪਏ ਹੋ। ਔਰ ਉਸਤਾਦ ਵੀ ਅੱਜ ਕੱਲ੍ਹ ਅੰਨੇਵਾਹ ਕਰੀ ਜਾਂਦੇ ਨੇ ਸ਼ਗਿਰਦ। ਮੇਰਾ ਇਹ ਜ਼ੇਨ ਹੈ, ਮੇਰੇ ਆਪਣੇ ਅਲਹਮਦੁਲਿਲਾ 50+ ਸ਼ਗਿਰਦ ਨੇ ਕਿ ਮੈਨੂੰ ਰਾਤ ਨੂੰ 1 ਵਜੇ ਵੀ ਕੋਈ ਬੰਦਾ ਕਾਲ ਕਰੇ ਨਾ, ਮੈਂ ਪੂਰੀ ਕਾਲ ਕਦੀ ਨਹੀਂ ਵੱਜਣ ਦਿੱਤੀ, ਚਾਹੇ ਮੇਰੇ ਆਪਣੇ ਕਬੂਤਰ ਉੱਡਦੇ ਪਏ ਨੇ ਚਾਹੇ ਨਹੀਂ ਉੱਡਦੇ ਪਏ। ਬਾਅਦ ਔਕਾਤ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਵਾ ਜਿਹੜਾ ਫੇਲੀਅਰ ਵੱਡਾ ਆਪਣੀ ਕਬੂਤਰਬਾਜ਼ੀ ਅਸੀਂ ਕਰਦੇ ਪਏ ਹਾਂ, ਸ਼ਗਿਰਦ ਫਸਿਆ ਹੋਇਆ ਹੈ। ਉਸਤਾਦੀ ਸ਼ਗਿਰਦੀ ਦੇ ਵਿੱਚ 2 ਚੀਜ਼ਾਂ ਨੇ, ਇੱਕ ਸ਼ਗਿਰਦ ਨੂੰ ਲਾਲਚ ਹੁੰਦਾ ਹੈ ਕਿ ਚੱਲ ਮੈਨੂੰ ਉਸਤਾਦ ਕੋ ਅੱਛਾ ਕਬੂਤਰ ਮਿਲ ਜਾਏ, ਦੂਸਰਾ ਲਾਲਚ ਹੁੰਦਾ ਹੈ ਕਿ ਮੈਨੂੰ ਦਾਣਾ ਪਾਣੀ ਖੇਲ ਪਾਣੀ ਮਿਲ ਜਾਏ। ਤੁਹਾਡਾ ਕਬੂਤਰ ਖਰਾਬ ਹੋ ਜਾਂਦਾ ਹੈ, ਤੁਸੀਂ ਉਸਤਾਦ ਨੂੰ ਹੀ ਫੋਨ ਕਰਕੇ ਪੁੱਛਣਾ। ਐਸਾ ਹੀ। ਤੇ ਜੇ ਉਸਤਾਦ ਹੋਰੀ ਸੁੱਤੇ ਪਏ ਨੇ, ਤੁਹਾਡਾ ਫੋਨ ਹੀ ਨਹੀਂ ਚੁੱਕਦੇ ਪਏ, ਫੋਨ ਬੰਦ ਕੀਤਾ, ਤੁਹਾਡਾ ਇੱਥੇ ਮਰ ਜਾਏ, ਉਹ ਆਪਣੇ ਧਿਆਨੇ ਲੱਗੇ ਰਹਿਣ, ਮੁੜ ਤੁਹਾਨੂੰ ਕਿਹੜੀ ਉਸਤਾਦੀ ਸ਼ਗਿਰਦੀ ਹੈ ਜਾਂ ਕੀ ਤੁਸੀਂ ਕਰਦੇ ਪਏ ਹੋ। ਸਮਝ ਆ ਗਈ ਹੈ ਨਾ? ਆ ਗਈ ਬਿਲਕੁਲ। ਮੈਂ ਇਸ ਤੋਂ ਕਹਿਣਾ ਨਵੇਂ ਸ਼ੌਕੀਨ ਨੂੰ ਕਿ ਨਿਰਾ ਇਹ ਨਾ ਵੇਖੋ ਕਿ ਅਗਲਾ ਫਲਾਣਾ ਬੰਦਾ ਜਿੱਤ ਗਿਆ, ਉਹਦੇ ਭਾਜੇ ਵਗੋ, ਉਹ ਕਿਵੇਂ ਜਿੱਤਿਆ ਹੈ, ਉਹਨੂੰ ਵੇਖੋ ਕਿ ਉਹ ਕਿਵੇਂ ਜਿੱਤਿਆ, ਉਹ ਮਿਹਨਤ ਕਿੰਨੀ ਕਰਦਾ ਹੈ, ਉਹ ਸਾਰਾ ਕਰ ਲੈਂਦੇ ਹੋ, ਤੁਸੀਂ ਕਰ ਸਕਦੇ ਹੋ, ਤੇ ਫਿਰ ਭਾਈ ਕਾਮਯਾਬੀ ਹੈ। ਵਰਨਾ ਤੁਸੀਂ ਡਿਸਾਈਡ ਹੋ ਕੇ ਛੱਡੋਗੇ ਇਹ ਕੋਈ ਬਰਾਬਰ ਲੰਮਾ ਤੁਹਾਡਾ ਚੱਕਰ ਚੱਲੇਗਾ ਨਹੀਂ। ਉਸਤਾਦ ਜੀ, ਰਹਾਇਸ਼ ਦੇਖकर ਕਬੂਤਰ ਨੂੰ ਉਡਾਉਣਾ कैसा है, ਖਾਸ ਕਰ ਗਰਮੀ ਦੇ ਵਿੱਚ, ਜੇਠ ਦੇ ਵਿੱਚ? ਗਰਮੀ 'ਚ ਕਬੂਤਰ ਪਲਟ ਕੇ ਉੱਡਦਾ ਹੈ। ਕਬੂਤਰ ਜਿਹੜਾ ਨਾ ਸਾਫ਼ ਕਰਕੇ ਰੈਸ਼ ਗਰਮੀ ਦੇ ਵਿੱਚ ਕਬੂਤਰ ਨੂੰ ਨਹੀਂ, ਜਿਹੜੀ ਨਾ ਤਾਜ਼ੀ ਦੇ ਲੈਣੀ ਚਾਹੀਦੀ ਹੈ। ਜਿਹੜੀ ਹੈ ਨਾ ਕਬੂਤਰ ਸਰਦੀ ਸੁਰਦੀ ਦੇ ਵਿੱਚ ਲੈ ਕੇ ਉੱਡ ਜਾਂਦਾ ਹੈ। ਜਿਹੜੀ ਕਬੂਤਰਬਾਜ਼ੀ ਮੈਂ ਕੀਤੀ ਹੈ ਨਾ, ਮੇਰੇ ਜ਼ਿਹਨ ਦੇ ਮੁਤਾਬਕ ਕਬੂਤਰ ਜਿਹੜਾ ਨਾ ਉਹ ਪਲਟਾ ਕੇ ਸਹੀ ਰਹਿੰਦਾ, ਕਬੂਤਰ ਈਜ਼ੀ ਰਹਿੰਦਾ, ਕਬੂਤਰ ਮਰਦਾ ਵੀ ਨਹੀਂ ਹੈ, ਖੁਸ਼ਕ ਵੀ ਨਹੀਂ ਹੁੰਦਾ, ਪਲਟ ਕੇ ਕਬੂਤਰ ਨੂੰ ਉਡਾਉਣਾ ਚਾਹੀਦਾ। ਮਤਲਬ ਤੁਸੀਂ ਅਗਰ ਖੁਰਾਕ ਹਜ਼ਮ ਨਹੀਂ ਖਿੱਚੀ ਨਹੀਂ ਹੈ ਉਹਨੇ ਜੀ, ਤੁਸੀਂ ਉਹ ਪਲਟਾ ਕੇ ਫਰੈਸ਼ ਦੇ ਸਕਦੇ ਹੋ ਉਹਨੂੰ। ਸੁਬਾਹ ਤੁਸੀਂ ਉਹਨੂੰ ਘੰਟਾ ਪਹਿਲਾਂ ਸਾਫ਼ ਕਰ ਦਿਓ, ਤੇ ਸਾਫ਼ ਕਰਕੇ ਤੇ ਬਾਅਦ ਵਿੱਚ ਤੁਸੀਂ ਤਾਜ਼ੀ ਰੈਸ਼ ਜਿਹੜੀ ਹੈ ਗੋਲੀ ਦੇ ਲਵੋ। ਉਹ ਆਏ ਕਬੂਤਰ ਨੂੰ ਤੁਸੀਂ ਵੇਖ ਲਿਆ ਕਰੋ, ਇੱਕ ਦਿਨ ਤੁਸੀਂ ਛੋਟੀ ਗੋਲੀ ਦੇ ਕੇ ਵੇਖੋ, ਅਗਰ ਉਹ ਲੈ ਜਾਏ ਗੋਲੀ ਵਧਾ ਲਵੋ, ਕਬੂਤਰ ਰੱਖ ਕੇ ਬਵੇ ਤੇ ਗੋਲੀ ਘਟਾ ਲਵੋ, ਲੇਕਿਨ ਤਾਜ਼ੀ ਰੈਸ਼ ਦੇ ਲੈਣੀ ਚਾਹੀਦੀ ਹੈ। ਮੇਰੀ ਆਪਣਾ, ਮੈਂ ਕਿਸੇ ਨਾਲ ਨਹੀਂ ਇਹ ਕਹਿ ਸਕਦਾ, ਹਰ ਬੰਦੇ ਦਾ ਆਪਣਾ ਜ਼ੇਨ ਹੈ। ਮੇਰੇ ਜ਼ੇਨ ਦੇ ਮੁਤਾਬਕ ਮੈਂ ਜਿਹੜੀ ਅੱਜ ਤੱਕ ਪਿੱਛੇ ਕਬੂਤਰਬਾਜ਼ੀ ਕੀਤੀ ਹੈ, ਕਿਉਂਕਿ ਆਲਰੇਡੀ 2 ਸਾਲ ਤੋਂ ਮੈਂ ਜੇਠ ਨਹੀਂ ਉੱਡ ਰਿਹਾ, ਮੇਰੇ ਕੋਲ ਪਰਿੰਦੇ ਨਹੀਂ ਸੀ ਹੈ, ਤੇ ਅਸੀਂ ਜਿਹੜੀ ਕਬੂਤਰਬਾਜ਼ੀ ਪਿੱਛੇ ਕਰਦੇ ਰਹੇ ਹਾਂ ਨਾ, ਮੈਂ ਮੀਆਂ ਹਸਨਪੁਰੀ ਸਾਹਿਬ ਕੋਲ ਵੀ ਬੈਠਾ ਰਿਹਾ 2021 ਜਦੋਂ ਚੈਂਪੀਅਨ ਬਣੇ ਨੇ, ਉੱਥੇ ਬਾਜ਼ੀਆਂ ਸਨ ਫੈਸਲਾਬਾਦ,
ਉਸ ਤੋਂ ਬਾਅਦ 2019 ਦੇ ਵਿੱਚ ਜਦੋਂ ਲਾਲੀ ਪਹਿਲੀ ਦਫਾ ਚੈਂਪੀਅਨ ਹੋਇਆ ਸੀ ਨਾ ਇਹ ਪੰਜਾਬ ਦਾ, ਉਸ ਦਫਾ ਅਸੀਂ ਦੂਸਰੇ ਤੇ ਸਾਂ ਪੰਜਾਬ ਦੇ ਵਿੱਚ ਬਾਈ ਅਦਰੀਸ ਸਾਹਿਬ ਵਾਲੀ ਛੱਤ ਤੇ, ਉੱਥੇ ਵੀ ਅਸੀਂ ਰਹਿਸ਼ ਤਾਜ਼ੀ ਦੇ ਕੇ ਡਾਂਦੇ ਰਹੇ ਹਾਂ। ਤੇ ਓਵਰਆਲ 2023 ਦੇ ਵਿੱਚ ਇੱਥੋਂ ਮੈਂ ਅਲਹਮਦੁਲਿਲਾ ਆਪਣਾ ਜਦੋਂ 2023 ਚੈਂਪੀਅਨ ਹੋਇਆ ਵਾ ਨਾ ਜ਼ਿਲ੍ਹਾ ਇੱਥੇ ਹਾਫਜ਼ਾਬਾਦ ਦਾ ਇਸ ਛੱਤ ਤੋਂ, ਉਦੋਂ ਵੀ ਅਸੀਂ ਪਲਟ ਕੇ ਤਾਜ਼ੀ ਰਹਿਸ਼ ਦਿੰਦੇ ਰਹੇ ਹਾਂ। ਉਸਤਾਦ ਜੀ ਮੌਸਮ ਅੱਜਕੱਲ ਐਸਾ ਹੈ, ਅੱਖਾਂ ਖਰਾਬ ਹੋ ਰਹੀਆਂ ਨੇ ਕਬੂਤਰਾਂ ਦੀਆਂ ਤੇ ਤਾਸ਼ਾ ਲੱਗ ਰਿਹਾ ਵੇ, ਇਹਦੇ ਬਾਰੇ ਕੋਈ ਟਿਪ ਦੇਣਾ ਚਾਹੋਗੇ? ਟਿਪ ਭਾਈ ਸਭ ਤੋਂ ਪਹਿਲਾਂ ਅੱਖਾਂ ਖਰਾਬ ਹੁੰਦੀਆਂ ਨੇ ਮਿਹਦੇ ਦੀ ਵਜ੍ਹਾ ਤੋਂ। ਮਿਹਦਾ ਹੀਟ ਅਪ ਹੁੰਦਾ ਤੇ ਅੱਖਾਂ ਖਰਾਬ ਹੁੰਦੀਆਂ ਨੇ। ਜਿਹੜੇ ਲੋਕ ਦਾਣਾ ਸੁੱਕਾ ਪਾਉਂਦੇ ਪਏ ਨੇ ਨਾ ਗੰਦਮ ਤਾਜ਼ੀ ਪਾਉਂਦੇ ਪਏ ਨੇ, ਉਹਨਾਂ ਨੂੰ ਇਹ ਮਸਲਾ ਬੰਦਾ ਪਿਆ। ਮੈਂ ਇੱਕ ਛੋਟੀ ਜਿਹੀ ਟਿਪ ਦੇ ਦੇਣਾ, ਇਹ ਕਰਨ ਉਮੀਦ ਅੱਲਾ ਦੇ ਘਰ 'ਚ ਅੱਖਾਂ ਵੀ ਨਹੀਂ ਖਰਾਬ ਹੋਣਗੀਆਂ, ਕੁਦਰਤ ਨੂੰ ਵਾਇਰਸ ਵੀ ਨਹੀਂ ਆਏਗਾ। ਇੱਕ ਤੇ ਸਵੇਰ ਗੰਦਮ ਤੇ ਚਨੀ ਭੇ ਕੇ ਪਾਓ, ਉਹਨੂੰ ਪਾਣੀ ਦੇ ਵਿੱਚ ਇੱਕ ਤੋੜੇ ਦੇ ਵਿੱਚ 5 ਕਿਲੋ ਗੰਦਮ ਤੋੜਾ ਗੰਦਮ ਦਾ 5 ਕਿਲੋ ਚਨੀ ਡਾਲ ਲਓ ਔਰ ਉਹਨੂੰ ਸਵੇਰ ਪਾਣੀ 'ਚ ਸੁੱਟ ਛੜਿਆ ਕਰੋ। ਇਹ ਸਾਡੀ ਭਿੱਜੀ ਪਈ ਹੈ। ਸਵੇਰ ਸਰੋਂ ਦਾ ਨਾਸ਼ਤਾ ਕਰਾਓ, ਥੋੜੀ ਸਰੋਂ ਪਾ ਦਿਓ, ਬਾਅਦ ਵਿੱਚ 4 ਵਜੇ ਕੋਲ 5 ਵਜੇ ਕੋਲ ਗੰਦਮ ਨੂੰ ਛਾਂ ਦੇ ਵਿੱਚ ਨਾ ਕਿਸੇ ਕੱਪੜੇ ਦੇ ਉੱਤੇ ਡਾਲ ਦਿਓ। ਜਦੋਂ ਨੁੱਚੜ ਜਾ ਗਿੱਲਾ ਉਹ ਦਾਣਾ ਪਾਓ। ਹਵਾਦਾਰ ਖੁੱਡੇ ਰੱਖੋ, ਕਬੂਤਰਾਂ ਦੇ ਖੁੱਡੇ ਬੰਦ ਨਾ ਕਰੋ, ਅੱਖਾਂ ਖਰਾਬ ਨਹੀਂ ਹੋ ਜਾਣਗੀਆਂ। ਹੋ ਜਾਣ ਤੇ ਟੈਲੋਪਿਨ ਟੀਕਾ ਇੱਕ ਜੈਂਟਾ ਕੰਬੀਜ਼ੂਨ ਹੈ, ਇੱਕ ਟੈਲੋਪਿਨ ਹੈ, 2 ਟੀਕੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਟੈਲੋਪਿਨ ਟੀਕੇ ਦਾ ਇੱਕ ਕਤਰਾ ਅੱਖ 'ਚ ਪਾਓ, ਇੱਕ ਗਲੇ ਸੁੱਟ ਦਿਓ, ਇੱਕ ਪੁਆਇੰਟ ਲਾ ਦਿਓ। ਅੱਖਾਂ ਵੀ ਠੀਕ ਹੋ ਜਾਣਗੀਆਂ, ਰੇਸ਼ਾ ਵੀ ਠੀਕ ਹੋ ਜਾਏਗਾ ਔਰ ਕਬੂਤਰ ਬਿਮਾਰ ਵੀ ਨਹੀਂ ਹੋਣਗੇ। ਔਰ ਜਿਹੜੇ ਕਬੂਤਰ ਸੁੱਕੇ ਨੇ ਉਹਨਾਂ ਵਾਸਤੇ ਐਬੋਟਿਕ ਵਾਇਲ ਹੈ, ਇਹ ਮੇਰਾ ਅਜ਼ਮੂਦਾ ਹੈ। ਤੁਹਾਡਾ ਬੱਚਾ ਜਦੋਂ ਬਾਹਰ ਖੁੱਡਿਆਂ 'ਚ ਬਾਹਰ ਛੱਡਦੇ ਉਹਨਾਂ ਛੱਤ ਤੇ ਲਿਆਉਂਦੇ, ਉਦੋਂ ਹੀ ਉਹਨਾਂ ਨੂੰ ਪੁਆਇੰਟ ਲਾ ਕੇ ਲੈ ਆਵਿਆ ਕਰੋ। ਜਿਲਦ 'ਚ ਐਬੋਟਿਕ ਵਾਇਲ ਲੈਣੀ ਹੈ, ਛੋਟਾ ਨਹੀਂ ਲੈਣਾ। ਲੈ ਆਵਿਆ ਕਰੋ, ਕਬੂਤਰ ਤੁਹਾਡਾ ਸੁੱਕੇਗਾ ਨਹੀਂ ਹੈ। ਜਿਹੜਾ ਸੁੱਕਿਆ ਉਹਨੂੰ ਲਾਓ, ਹਫਤੇ ਦੇ ਵਿੱਚ ਮੋਟਾ ਹੋ ਜਾਏਗਾ। ਉਸਤਾਦ ਜੀ ਜਿਹੜੇ ਨਵੇਂ ਹਜ਼ਰਾਤ ਆ ਰਹੇ ਨੇ, ਇਹਦੇ ਵਿੱਚ ਨਵੇਂ ਸ਼ੌਕੀਨ ਆ ਰਹੇ ਨੇ, ਉਹ ਪੈਸਾ ਤੇ ਲਗਾਉਂਦੇ ਪਏ ਨੇ, ਲੇਕਿਨ ਜਿਹੜੇ ਸੇਲਰ ਹਜ਼ਰਾਤ ਨੇ ਨਾ, ਉਹਨੂੰ ਜਿਹੜੇ ਕਬੂਤਰ ਉੱਡਦੇ ਨੇ ਨਾ, ਉਹ ਚੰਗੇ ਪੈਸਿਆਂ ਦਾ ਮੰਡ ਹਟਦੇ ਨੇ। ਕੋਈ ਸ਼ਾਰਟ ਜੀ ਟਿਪ ਦੱਸੋ ਕਿ ਅੱਛੇ ਕਬੂਤਰ ਦੀ ਪਛਾਣ ਦੇ ਬਾਰੇ, ਜੇ ਕਬੂਤਰ ਉਹਦੇ ਪਰਾਂ ਦੇ ਰਿਲੇਟਡ, ਪੰਜਾਂ ਦੇ, ਅੱਖਾਂ ਦੇ। ਯਾਰ ਇਸ ਤਰ੍ਹਾਂ ਦੀ ਟਿਪ ਕੋ ਨਹੀਂ ਹੈ। ਡੰਡਾ ਵੱਡਾ ਉਸਤਾਦ ਕਬੂਤਰਬਾਜ਼ੀ 'ਚ ਮੈਂ ਸਮਝਣਾ ਵਾ ਨਾ ਸਾ ਨਾ ਜੀ 300 ਪੌਣੇ 300 100 290 ਕਬੂਤਰ ਪਟਿਆ ਹੋਇਆ ਹੈ। ਇਹ ਸਾਰਿਆਂ ਦੇ ਨਹੀਂ ਬਾਜ਼ੀ ਜੁੜਨਾ। ਅਸਾਂ ਨੂੰ ਡੰਡਾ ਮਾਰਨਾ, ਡੰਡਾ ਮਾਰ ਕੇ ਪਤਾ ਲੱਗਦਾ। ਮੈਂ ਆਪਣੇ ਜ਼ਿਹਨ ਦੇ ਮੁਤਾਬਕ ਕੋਈ ਕਬੂਤਰਬਾਜ਼ੀ ਦਾ ਨਾ ਕੋਈ ਜੋੜਿਆਂ ਚ ਅਕਲਮੰਦੀ ਹੈ ਮੈਨੂੰ ਵੀ ਆ ਜੋੜਾ ਫਲਾਣਾ ਜਿਹੜਾ ਨਾ ਉਹ ਬੜਾ ਚੰਗਾ ਹੈ, ਨਾ ਮੈਨੂੰ ਅਕਲਮੰਦੀ ਇਹਦੇ ਵਿੱਚ ਕਬੂਤਰਾਂ ਦੀ ਕੋਈ ਰਸਾਈ ਹੈ ਵੀ ਪਰ ਕਿਹੜਾ ਚੰਗਾ। ਮੈਂ ਮੇਰਾ ਭਾਈ ਲਿਆ ਕੇ ਪੁੱਟਣੇ ਨੇ, ਪੁੱਟ ਕੇ ਡੰਡਾ ਮਾਰਨਾ ਹੈ, ਜਿਹਦਾ ਹੱਕ ਹੋਇਆ ਜਿਹੜਾ ਸਾਡਾ ਪੁਆਇੰਟਾਂ ਦੇ ਬਾਜ਼ੀ ਦੇ ਮੁਤਾਬਕ ਬਵੇਗਾ ਅਸੀਂ ਬਾਜ਼ੀ 'ਚ ਪਾ ਲੈਣਾ। ਔਰ ਇਹ ਹੈ ਵੀ ਇਹ ਹਕੀਕਤ ਹੈ। ਕੋਈ ਜੋੜ ਨਹੀਂ, ਕੋਈ ਜੋੜਾ ਅਗਰ ਮੈਂ ਤੁਹਾਨੂੰ ਮਿਸਾਲ ਦੇਣਾ, ਅਗਰ ਜੇ ਏਡੀ ਅਕਲਮੰਦੀ ਹੋਵੇ ਨਾ ਤਾਂ 200 ਜੋੜਾ ਰੱਖਣ ਦੀ ਲੋੜ ਹੀ ਕੋਈ ਨਹੀਂ, 10-15 ਲਾ ਲਈਏ ਕਰੀਏ। ਬਿਲਕੁਲ ਸਹੀ ਫਰਮਾਇਆ ਤੁਸੀਂ। ਉਸਤਾਦ ਜੀ ਜਿਹੜਾ ਤੁਹਾਡੀ ਪਾਰਟੀ ਹੈ ਕਲੀਅਰ ਖੇਲ ਕਰੋ, ਤੁਸੀਂ ਪੰਜਾਬ ਦੇ ਵੱਡੇ ਜਿਹੜੇ ਟੂਰਨਾਮੈਂਟਸ ਹੁੰਦੇ ਨੇ ਅਕਸਰ ਵੇਖੀ ਗਿਆ ਟਾਪ 10 ਦੇ ਵਿੱਚ ਇਹੀ ਨੇ, ਇਹਦੇ ਪਿੱਛੇ ਕੀ ਵਜ੍ਹਾ ਹੈ? ਦਾਣਾ ਪਾਣੀ ਹੈ, ਮਿਹਨਤ ਹੈ, ਇਲਾਕੇ, ਜਾਂ ਫਿਰ ਕਬੂਤਰ ਅੱਛੇ ਨੇ? ਮੇਰੇ ਖਿਆਲ ਨਾਲ ਤਾਂ ਜੀ ਇਹ ਮਿਹਨਤੀ ਵੀ ਬਹੁਤ ਜ਼ਿਆਦਾ ਨੇ ਸਾਰੇ, ਦਾਣਾ ਪਾਣੀ ਵੀ ਬਹੁਤ ਅੱਛਾ ਹੈ ਸਾਡੇ ਉਸਤਾਦਾਂ ਦਾ, ਖਾਨ ਸਾਹਿਬ ਦਾ। ਅੱਛੇ ਨੇ ਲੋਕ, ਗਾਈਡ ਕਰਦੇ ਨੇ ਸਾਰਿਆਂ ਨੂੰ, ਆਪਣੇ ਸ਼ਾਗਿਰਦਾਂ ਨੂੰ। ਉਸਤਾਦ ਜੀ ਤੁਹਾਡੇ ਸ਼ਾਗਿਰਦ ਕਿਤਨੇ ਨੇ? 50+ ਨੇ ਜਿਹੜੇ ਹੋਏ ਨੇ, ਜਿਹੜੇ ਬਾਅਦ ਵਿੱਚ ਮੇਰੇ ਹਲ ਕਦੀ ਆਏ ਹੀ ਨਹੀਂ, ਹੋ ਕੇ ਸ਼ਾਗਿਰਦ ਟੁਰ ਗਏ, ਜਿਹੜੀ ਮੈਂ ਅੱਗੇ ਗੱਲ ਕੀਤੀ ਹੈ। ਜਿਹੜੇ ਮੇਰੇ ਰਾਬਤੇ 'ਚ ਨੇ ਉਹ 50 ਤੋਂ ਉਹ ਮੇਰੇ ਤਕਰੀਬਨ 8-10 ਜੀ ਐਸੇ ਹੈ ਨੇ ਜਿਹੜੇ ਮਾਸ਼ਾਅੱਲਾ ਜਿਨ੍ਹਾਂ ਦਾ ਰਿਜ਼ਲਟ ਵੀ ਹੈ, ਜਿਹੜੇ 24 ਘੰਟੇ ਮੇਰਾ ਸਿਰ ਖਾਂਦੇ ਨੇ ਨਾ, ਉਹ ਮੈਨੂੰ ਅੱਛੇ ਲੱਗਦੇ ਨੇ। ਕਿਉਂ? ਅਗਰ ਉਹ ਪੁੱਛਣਗੇ ਨਾ ਤੇ ਉਹ ਫਿਰ ਸਿੱਖਣਗੇ ਨਹੀਂ। ਜਿਹੜੇ ਸਿੱਖਦੇ ਨਹੀਂ ਫਿਰ ਉਹ ਜਿਹੜੇ ਇਸ ਤਰ੍ਹਾਂ ਦੇ ਵਿਸ਼ੀਰਤ ਨੇ ਨਾ, ਉਹ ਫਿਰ ਜਿਵੇਂ ਦਾ ਉਹ ਆ ਕੇ ਨਾ ਢੱਕਣ ਖੋਲ ਦੇਣ ਨਾ ਬੋਤਲ ਦਾ, ਉਹ ਅਸੀਂ ਫਿਰ ਉਵੇਂ ਦੇ ਪਾਣੀ ਬਣਾ ਕੇ ਰੱਖੇ ਹੁੰਦੇ ਨੇ। ਅਸੀਂ ਵੀ ਮੁੰਡੇ ਨੂੰ ਆਖੀ ਤਾਂ 10 ਸੀਸੀ ਪਾ ਦੇ ਸੂ, ਆਪੇ ਉੱਡ ਗਏ ਉਸ ਤੇ ਬੱਲੇ ਬੱਲੇ, ਨਾ ਉੱਡੇ ਤੇ ਆਖਾਂ ਦੇ ਕਬੂਤਰ ਹੀ ਪੜਿਆ। ਜਦੋਂ ਮਿਹਨਤ ਇੱਕ ਪ੍ਰੋਪਰ ਪੂਰੀ ਸਾਲ ਦੀ ਹੈ, ਇਹ ਨਹੀਂ ਹੈ ਕਿ ਕੋਈ ਸ਼ਾਰਟ ਟਰਮ ਨਹੀਂ ਹੈ ਜਿਹੜੀ ਲੋਕ ਲੱਭ ਰਹੇ ਨੇ ਨਾ ਕਿ ਫੌਰੀ ਸਾਨੂੰ ਕੋਈ ਸ਼ਾਰਟ ਟਰਮ ਲੱਭ ਜਾਏਗਾ, ਉਹ ਕੋਈ ਨਹੀਂ ਹੈ ਇਹਦੇ 'ਚ। ਉਸਤਾਦ ਜੀ ਗਰਮੀ ਦੇ ਵਿੱਚ ਕਬੂਤਰ ਆ ਕੇ ਬਹਿੰਦਾ ਹੈ ਜੀ, ਅਕਸਰ ਇਹ ਖਰਾਬ ਹੋ ਜਾਂਦਾ, ਉਹਨੂੰ ਸਾਂਭ ਦਾ ਕੋਈ ਤਰੀਕਾ ਦੱਸ ਦਿਓ। ਮਸਲਨ ਮਤਲਬ ਕਿ ਪਾਣੀ ਨਹੀਂ ਖਿੱਚਦਾ ਹੋਵੇ,